ਬੁੱਧ ਜੀਵਨ ਅਤੇ ਸਿੱਖਿਆਵਾਂ ਦੇ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਨਮੋ ਬੁਦਾਏ, ਜੈ ਭੀਮ, ਜੈ ਭਾਰਤ, ਜੈ ਗੁਰਦੇਵ ਜੀ। ਸਤਿਕਾਰਯੋਗ ਸਾਥੀਓ, ਅੱਜ ਆਪਾਂ ਚਰਚਾ ਕਰਾਂਗੇ ਨਾਮਾਂ ਅਤੇ ਰੂਪਾਂ। ਤਥਾਗਤ ਗੌਤਮ ਬੁੱਧ ਜੀ ਮਹਾਰਾਜ ਨੇ ਨਾਮ ਅਤੇ ਰੂਪ ਦੀ ਜਿਹੜੀ ਚਰਚਾ ਕੀਤੀ ਹੈ। ਤਥਾਗਤ ਗੌਤਮ ਬੁੱਧ ਜੀ ਮਹਾਰਾਜ ਕਹਿੰਦੇ ਹਨ, ਨਾਮ ਮਨ ਦੀ ਚੇਤਨਾ ਹੈ, ਰੂਪ ਸਰੀਰ ਰੂਪੀ ਆਕਾਰ ਹੈ। ਤਾਂ ਉਸ ਟਾਈਮ ਜਦੋਂ ਉਹ ਜਿਹੜੇ ਵੱਡੇ ਵੱਡੇ ਪੁਜਾਰੀ ਸੀਗੇ, ਵੱਡੇ ਵੱਡੇ ਆਚਾਰੀਆ ਸੀਗੇ, ਉਹਨਾਂ ਦੇ ਨਾਲ ਚਰਚਾ ਕਰਦੇ ਹਨ, ਕਿਉਂਕਿ ਉਸ ਟਾਈਮ ਵੀ ਆਤਮਾ ਪਰਮਾਤਮਾ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕ ਜਾਂ ਉਹਦੀ ਭਗਤੀ ਕਰਨ ਵਾਲੇ ਲੋਕ ਸੀ। ਉਸ ਟਾਈਮ ਦੇ ਜਿਹੜੇ ਮਤ ਸੀ ਉਹ ਇਹ ਕਹਿ ਰਹੇ ਸੀਗੇ ਕਿ ਆਤਮਾ ਕਦੀ ਮਰਦੀ ਨਹੀਂ ਹੈਗੀ, ਆਤਮਾ ਫਿਰ ਜਨਮ ਲੈ ਲੈਂਦੀ ਹੈਗੀ ਆ। ਤਾਂ ਤਥਾਗਤ ਗੌਤਮ ਬੁੱਧ ਜੀ ਕਹਿੰਦੇ ਹਨ ਕਿ ਜਿਹੜੇ ਤੱਤ ਹਨ, ਸਰੀਰ ਦੇ ਤੱਤ ਹਨ, 4 ਤੱਤ ਹਨ। ਕਈ ਤੱਤਾਂ ਦੇ ਸੁਮੇਲ ਤੋਂ ਇਹ ਤੱਤ ਬਣੇ ਹਨ। ਔਰ ਜਦੋਂ ਇਹ ਇਨਸਾਨ ਮਰਦਾ ਹੈਗਾ, ਜ਼ਰੂਰੀ ਨਹੀਂ ਹੈਗਾ ਕਿ ਉਹੀ ਤੱਤ ਹੋਰ ਇਨਸਾਨ ਵਿੱਚ ਆਉਣ। ਤੱਤ ਜਿਹੜੇ ਹੈਗੇ ਆ, ਪਾਣੀ, ਹਵਾ, ਮਿੱਟੀ, ਅੱਗ ਵਿੱਚ ਜਾ ਕੇ ਸਮਾ ਜਾਂਦੇ ਹਨ। ਜ਼ਰੂਰੀ ਨਹੀਂ ਹੈ ਕਿ ਜਿਹੜੇ ਇਨਸਾਨ ਦੇ ਵਿੱਚ ਤੱਤ, ਜਿਹੜੀ ਚੇਤਨਾ ਚੱਲਦੀ ਹੈ, ਜਿਨ੍ਹਾਂ ਤੱਤਾਂ ਦੇ ਨਾਲ ਇਨਸਾਨ ਚੱਲਦਾ ਹੈਗਾ, ਕਿ ਉਹੀ ਤੱਤ ਹੋਰ ਇਨਸਾਨ ਦੇ ਵਿੱਚ ਹੋਣ। ਤੱਤ ਬਿਖਰ ਜਾਂਦੇ ਹਨ। ਇਸੇ ਤਰ੍ਹਾਂ ਜਿਹੜੇ ਤੱਤ ਆ ਉਹ ਹਵਾ ਦੇ ਵਿੱਚ, ਪਾਣੀ ਦੇ ਵਿੱਚ, ਮਿੱਟੀ ਦੇ ਵਿੱਚ ਜਾ ਕੇ ਸਮਾ ਜਾਂਦੇ ਹਨ। ਮਿਸਾਲ ਦੇ ਤੌਰ 'ਤੇ ਕਿ ਜਿਸ ਤਰ੍ਹਾਂ ਇਨਸਾਨ ਦੀ ਬੋਡੀ ਨੂੰ ਆਪਾਂ ਜਲਾਉਂਦੇ ਹਾਂ ਤਾਂ ਉਹ ਅੱਗ ਦੇ ਵਿੱਚ, ਜਿਹਲੇ ਅੰਬਰ ਨੂੰ ਉਹ ਜਿਹੜੇ ਲਾਟਾਂ ਬਲਦੀਆਂ ਹਨ, ਤਾਂ ਜਿਹੜੇ ਤੱਤ ਆ ਉਹ ਤੱਤਾਂ ਦੇ ਵਿੱਚ ਜਾ ਕੇ ਪਾਣੀ, ਹਵਾ, ਮਿੱਟੀ, ਅੱਗ ਦੇ ਵਿੱਚ ਸਮਾ ਜਾਂਦੇ ਹਨ। ਅਤੇ ਆਤਮਾ ਨਾਂ ਦੀ ਕੋਈ ਚੀਜ਼ ਨਹੀਂ ਹੈਗੀ। ਔਰ ਉਹਨਾਂ ਨੇ ਫਿਰ ਇੱਕ ਉਦਾਹਰਨ ਦਿੱਤੀ। ਉਹਨਾਂ ਨੇ ਉਦਾਹਰਨ ਦਿੱਤੀ, ਉਸ ਟਾਈਮ ਰੱਥ ਸੀਗੇ, ਗੱਡੇ ਸੀਗੇ। ਉਹਨਾਂ ਨੇ ਕਿਹਾ ਵੀ ਜੇ ਇੱਕ ਜਿਹੜਾ ਢਾਂਚਾ ਆ, ਜਿਹੜੇ ਉਹਦੇ 2 ਧੁਰੇ ਹਨ, ਉੱਪਰ ਫੱਟੇ ਲੱਗੇ ਹਨ, ਸਾਈਡਾਂ 'ਤੇ 2 ਟਾਇਰ ਹਨ, ਵੀਲ ਜਿਹਨੂੰ ਆਪਾਂ ਕਹਿੰਦੇ ਹਾਂ। ਅਗਰ ਕਹਿੰਦੇ ਆਪਾਂ ਇਸ ਢਾਂਚੇ ਨੂੰ ਵੀਲ ਵੱਖਰੇ ਕਰ ਦਈਏ, ਧੁਰੇ ਵੱਖਰੇ ਕਰ ਦਈਏ, ਫੱਟੇ ਵੱਖੋ ਵੱਖਰੇ ਕਰ ਦਈਏ, ਅਤੇ ਫਿਰ ਇਹਨੂੰ ਆਪਾਂ ਅੱਗ ਵਿੱਚ ਸੜਾ ਦਈਏ, ਕੀ ਬਚੇਗਾ? ਤਾਂ ਕੁਛ ਵੀ ਨਹੀਂ ਬਚੇਗਾ। ਜਿੱਥੇ ਜਿੱਥੇ ਦੀਆਂ ਜਿੱਦਾਂ ਜਿੱਦਾਂ ਚੀਜ਼ਾਂ ਹੈਗੀਆਂ, ਤੱਤ ਹੈਗੇ, ਉੱਥੇ ਜਾ ਕੇ ਸਮਾ ਜਾਣਗੇ। ਔਰ ਇਹ ਕਹਿੰਦੇ ਵੀ ਇੱਕ ਢਾਂਚਾ ਜਿਹੜਾ ਚੱਲ ਰਿਹਾ ਹੈਗਾ, ਉਹਨਾਂ ਨੇ ਸਮਝਾਇਆ ਕਿ ਸਰੀਰ ਰੂਪੀ ਢਾਂਚਾ ਜਿਹੜਾ, ਇਹਨੂੰ ਮਨ ਚਲਾ ਰਿਹਾ ਹੈਗਾ। ਅਤੇ ਇਹ ਕਹਿੰਦੇ ਕੁਦਰਤੀ ਤੌਰ 'ਤੇ ਸ੍ਰਿਸ਼ਟੀ ਦਾ ਜਿਹੜਾ ਵਿਕਾਸ ਹੋਇਆ ਹੈਗਾ, ਇਹਨੂੰ ਕੋਈ ਚਲਾਉਣ ਵਾਲਾ ਨਹੀਂ ਹੈਗਾ। ਕਹਿੰਦੇ ਜੇਕਰ ਤੁਸੀਂ ਅੰਬ ਦਾ ਬੂਟਾ ਬੀਜੋਗੇ ਤਾਂ ਉੱਥੋਂ ਅੰਬ ਹੀ ਪੈਦਾ ਹੋਣਾ ਹੈਗਾ। ਅਤੇ ਬਾਕੀ ਉਹ ਮਨ ਦੀ ਚੇਤਨਾ 'ਤੇ ਬਹੁਤ ਜ਼ਿਆਦਾ ਜ਼ੋਰ ਦਿੰਦੇ ਹੈਗੇ ਆ ਵੀ ਇਨਸਾਨ ਪੱਥਰ ਯੁੱਗ ਤੋਂ ਲੱਗ ਕੇ, ਹੁਣ ਆਪਾਂ ਲੈ ਲਈਏ, ਪੱਥਰ ਯੁੱਗ ਤੋਂ ਲਾ ਕੇ ਜਹਾਜ਼ਾਂ ਤੱਕ, ਕਿੱਥੇ ਤੱਕ, ਅੰਬਰ ਤੱਕ ਇਨਸਾਨ ਪਹੁੰਚ ਗਿਆ ਹੈਗਾ। ਚੰਦ ਤੋਂ ਵੀ ਅੱਗੇ ਤੱਕ ਇਨਸਾਨ ਪਹੁੰਚ ਗਿਆ। ਇਹ ਸਾਰੀ ਚੇਤਨਾ ਹੈਗੀ ਆ। ਹੁਣ ਆਪਾਂ ਲੈਂਦੇ ਹਾਂ ਜੀ ਗੁਰਬਾਣੀ ਦੇ ਵਿੱਚ ਇਹਨੂੰ ਕੀ ਕਿਹਾ ਹੈਗਾ। ਇਸ ਨਾਮ ਨੂੰ, ਇਸ ਆਕਾਰ ਨੂੰ ਕੀ ਕਿਹਾ ਹੈਗਾ। ਹੁਣ ਉੱਥੇ ਵੀ ਇਹੀ ਦੱਸਿਆ ਜਾਂਦਾ ਹੈਗਾ, ਕਿਉਂਕਿ ਜਦੋਂ ਬੁੱਧਾ ਤੋਂ ਬਾਅਦ ਜਦੋਂ ਮਨੂ ਸਮ੍ਰਿਤੀ ਲਾਗੂ ਹੁੰਦੀ ਹੈਗੀ ਆ, ਅਤੇ ਉਹ ਕਹਿ ਰਹੇ ਹੈਗੇ ਕਿ 3 ਜਿਹੜੇ ਹੈਗੇ ਆ, ਵਿਸ਼ਨੂੰ, ਬ੍ਰਹਮਾ, ਮਹੇਸ਼, ਇਹਨੂੰ ਚਲਾਉਣ ਵਾਲੇ ਹੈਗੇ ਆ ਇਸ ਸ੍ਰਿਸ਼ਟੀ ਨੂੰ। ਤਾਂ ਉੱਥੇ ਵੀ ਉਹ ਜਿਹੜੇ ਆ ਵਿਸ਼ਨੂੰ, ਬ੍ਰਹਮਾ, ਮਹੇਸ਼ ਨੂੰ ਜਿਹੜੇ ਰੱਦ ਕਰਦੇ ਹੈਗੇ ਆ। ਫਿਰ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ, ਉਹ ਵੇਖੇ ਉਹਨਾਂ ਨਦਰ ਨਾ ਆਵੇ, ਬਹੁਤਾ ਇਹ ਵਡਾਣ। ਕਹਿੰਦੇ ਜੇਕਰ ਸੰਸਾਰ ਨੂੰ ਇਹ ਚਲਾਉਣ ਵਾਲੇ ਆ, ਇੱਕ ਸੰਸਾਰ ਨੂੰ ਚਲਾਉਣ ਵਾਲਾ ਹੈਗਾ, ਇੱਕ ਦੀਵਾਨ ਲਾਉਂਦਾ ਹੈਗਾ, ਇੱਕ ਭੰਡਾਰੀ ਹੈਗਾ ਜਿੱਦਾਂ ਸ਼ਿਵ ਜੀ, ਮਤਲਬ ਇੱਕ ਤਾਂ ਉਤਪਤੀ ਹੁੰਦੀ ਹੈਗੀ ਆ, ਦੂਸਰਾ ਭੰਡਾਰ ਦਾ ਇੰਤਜ਼ਾਮ ਕਰਦਾ ਹੈਗਾ, ਤੀਸਰਾ ਮਤਲਬ ਇਹ ਜਿਹੜਾ ਦੀਵਾਨ ਲਾਉਂਦਾ ਹੈਗਾ ਅਤੇ ਚਲਾ ਰਿਹਾ ਹੈਗਾ। ਫਿਰ ਕਹਿੰਦੇ ਉਹ ਵੇਖੇ ਉਹਨਾਂ ਨਜ਼ਰ ਨਾ ਆਵੇ, ਬਹੁਤਾ ਇਹ ਬਠਾਣ। ਹੁਣ ਜਦੋਂ ਇਹ ਗੁਰੂ ਨਾਨਕ ਸਾਹਿਬ ਕਹਿ ਰਿਹਾ ਤਾਂ ਉਸ ਵੇਲੇ ਊਚ ਨੀਚ ਤਾਂ ਬਹੁਤ ਹੈ। ਉਹਨਾਂ ਦਾ ਕਹਿਣ ਦਾ ਮਤਲਬ ਹੈਗਾ ਕਿ ਫਿਰ ਇਹ ਅੰਨੇ ਆ,
ਇਹਨਾਂ ਨੂੰ ਦੀਦਾ ਨਹੀਂ ਹੈਗਾ, ਫਿਰ ਸਮਾਜ ਵਿੱਚ ਮਾੜਾ ਕਿਉਂ ਹੋ ਰਿਹਾ। ਬ੍ਰਹਮਾ ਵਿਸ਼ਨ ਮਹੇਸ਼ ਨਾ ਕੋਈ, ਅਵਰ ਨਾ ਦੀਸੇ ਏਕੋ ਸੋਈ, ਗੋਪੀ ਕਾਨ ਨਾ ਗਊ ਗਵਾਲਾ, ਤੰਤ ਮੰਤ ਪਖੰਡ ਨਾ ਕੋਈ, ਨਾ ਕੋਈ ਵੰਸ ਵਜਾਏ ਦਾ। ਦੇਖੋ ਇੱਥੇ ਬ੍ਰਹਮਾ ਵਿਸ਼ਨ ਮਹੇਸ਼ ਨੂੰ ਤਾਂ ਉਹਨਾਂ ਨੇ ਰੱਦ ਕੀਤਾ, ਕਹਿੰਦੇ ਇੱਥੇ ਕੋਈ ਨਹੀਂ ਹੈਗਾ ਇਹਨੂੰ ਚਲਾਉਣ ਵਾਲਾ, ਇਸ ਦੁਨੀਆ ਨੂੰ ਚਲਾਉਣ ਵਾਲਾ। ਅਤੇ ਨਾ ਉੱਥੇ ਉਹਨਾਂ ਨੇ ਗੋਪੀ ਕਾਨ ਗਊ ਗਵਾਲਾ ਤੰਤ ਮੰਤ ਪਖੰਡ ਨਾ ਕੋਈ, ਉਹਨਾਂ ਨੂੰ ਵੀ ਰੱਦ ਕਰ ਦਿੱਤਾ। ਨਾ ਕੋਈ ਕਹਿੰਦੇ ਇੱਥੇ ਵੰਸ ਵਜਾਈ ਦਾ, ਜਿਹੜੀਆਂ ਇਹਨਾਂ ਦੀਆਂ ਕਥਾ ਕਹਾਣੀਆਂ ਦੇ ਵਿੱਚ ਜਿਨ੍ਹਾਂ ਨੂੰ ਹੀਰੋ ਬਣਾਇਆ ਸੀਗਾ ਉਹਨਾਂ ਨੂੰ ਵੀ ਰੱਦ ਕਰ ਦਿੱਤਾ ਹੈਗਾ। ਹੁਣ ਸੋਚਣ ਵਾਲੀ ਗੱਲ ਹੈਗੀ ਆ ਕਿ ਵਿਦੇਸ਼ਾਂ ਵਿੱਚ ਵਿਸ਼ਨੂੰ ਬ੍ਰਹਮਾ ਮਹੇਸ਼ ਜਿਹੜੇ ਕਹਿੰਦੇ ਵੀ ਹਜ਼ਾਰਾਂ ਸਾਲ ਪਹਿਲਾਂ ਇਹਨਾਂ ਤੋਂ ਜਿਹੜੀ ਉਤਪਤੀ ਹੋਈ ਹੈਗੀ ਆ, ਅਤੇ ਇੱਥੇ ਕਿਉਂ ਨਹੀਂ ਹੈਗਾ ਉਹਨਾਂ ਦਾ ਨਾਂ। ਜਾਣੀ ਕਿ ਪਹਿਲੇ ਸਾਡੇ ਪੁਰਖਿਆਂ ਨੇ ਰੱਦ ਕਰ ਦਿੱਤਾ ਹੈਗਾ। ਅਤੇ ਜਿਹੜੀ ਗੱਲ ਤੱਤਾਂ ਦੀ ਗੱਲ ਕਰਦੇ ਆ, ਉਹੀ ਗੱਲ ਜਿਹੜੇ ਸਾਡੇ ਸਤਿਗੁਰੂ ਮਹਾਰਾਜ ਕਰ ਰਹੇ ਹੈਗੇ ਆ। ਉਹ ਕਹਿੰਦੇ ਹੈਗੇ ਆ ਕਿ ਗੁਰ ਕਿਰਪਾ ਜੇ ਨਰ ਕੋ ਕੀਨੀ, ਤੋਏ ਜੁਗਤ ਪਛਾਣੀ, ਨਾਨਕ ਲੀਨ ਪਿਓ ਗਵਿੰਸਿਓ, ਜਿਉ ਪਾਣੀ ਸੰਗ ਪਾਣੀ। ਉਹੀ ਬੁੱਧ ਵਾਲੀ ਗੱਲ ਆ ਗਈ ਜੀ। ਕਹਿੰਦੇ ਗੁਰੂ ਨੇ ਸਾਡੇ 'ਤੇ ਕਿਰਪਾ ਕਰ ਦਿੱਤੀ ਹੈਗੀ ਆ, ਗੁਰ ਕਿਰਪਾ ਜੇ ਨਰ ਕੋ ਕੀਨੀ, ਇਹ ਮੈਨੂੰ ਇਸ ਜੁਗਤ ਦੀ ਸਮਝ ਲੱਗ ਗਈ ਹੈਗੀ ਆ। ਕਹਿੰਦੇ ਨਾਨਕ ਲੀਨ ਪਿਓ ਗੋਬਿੰਦ ਸਿਉ, ਗੋਬਿੰਦ 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 ਹੈ ਕੀ ਆ। ਨਾਨਕ ਲੀਨ ਪਿਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਉਹੀ ਗੱਲ ਆ ਗਈ ਨਾ, ਜਦੋਂ ਇਨਸਾਨ ਮਰਦਾ ਹੈਗਾ ਉਹਦੇ ਜਿਹੜੇ ਤੱਤ ਹੈਗੇ ਆ, ਪਾਣੀ ਹਵਾ ਮਿੱਟੀ ਅੱਗ ਵਿੱਚ ਜਾ ਕੇ ਸਮਾ ਜਾਂਦੇ ਹਨ। ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਪਿਆ। ਹੁਣ ਜਿਹੜਾ ਬ੍ਰਹਮ ਗਿਆਨੀ ਹੈਗਾ, ਜਿਹੜਾ ਇਹ ਉਸੇ ਤਰ੍ਹਾਂ ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਹੁਣ ਬ੍ਰਹਮ ਗਿਆਨੀ ਉਹਨੂੰ ਕਿਹਾ ਹੈਗਾ ਜਿਹੜਾ ਬ੍ਰਹਿਮੰਡ ਦੇ ਵਰਤਾਰੇ ਦੀ ਜਾਣਕਾਰੀ ਰੱਖਣ ਵਾਲਾ ਹੈਗਾ। ਹੁਣ ਇਹ ਸੱਚੇ ਪਾਤਸ਼ਾਹ ਕਹਿ ਰਹੇ ਹਨ ਕਿ ਇਹ ਤੋਂ ਚਲਤ ਪਿਆ। ਇਹ ਤਾਂ ਕਹਿੰਦੇ ਵੀ ਤਾਂ ਜਿਹੜੇ ਤੱਤ ਆ ਇਹ ਚੱਲੀ ਜਾਂਦੇ ਹੈਗੇ ਆ, ਇੱਕ ਤੋਂ ਦੂਸਰੇ ਗਾਹਾਂ ਤੇ ਗਾਹਾਂ, ਠੀਕ ਹੈ ਨਾ, ਤੱਤਾਂ ਦੇ ਵਿੱਚ ਸਮਾ ਜਾਂਦੇ ਹੈਗੇ ਆ। ਬ੍ਰਹਮ ਗਿਆਨੀ ਮਿਲ ਕਰੋ ਵਿਚਾਰ। ਹੁਣ ਇਹ ਉਸੇ ਤਰ੍ਹਾਂ ਜਿਉਂ ਜਲ ਮੇ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋ ਸਮਾਨਾ। ਹੁਣ ਜਿੱਦਾਂ ਸਮੁੰਦਰ ਦੇ ਵਿੱਚ ਲਹਿਰਾਂ ਉੱਠਦੀਆਂ, ਲਹਿਰਾਂ ਉੱਥੇ ਸਮਾ ਜਾਂਦੀਆਂ ਹਨ। ਇਸੇ ਤਰ੍ਹਾਂ ਦੇਖੋ ਕਿੱਡੀਆਂ ਉਦਾਹਰਨਾਂ ਦੇ ਰਹੇ ਹੈਗੇ ਆ। ਪਰ ਉਹ ਕਹਿੰਦੇ ਸੀਗੇ ਮਤਲਬ ਇਹ ਜਾਣੀ ਕਿ ਜਿਹੜੇ ਊਚ ਨੀਚ ਹੈਗਾ, ਜਿਹੜੀਆਂ ਜਾਤਾਂ ਬਣੀਆਂ ਹੈਗੀਆਂ, ਇਹਨਾਂ ਨੇ ਸੇਵਾ ਕਰਨੀ ਉੱਚ ਵਰਨਾਂ ਦੀ, ਕਿ ਇਹ ਜਾਣ ਕੇ ਰੱਬ ਦਾ ਹੁਕਮ ਆ। ਪਹਿਲਾਂ ਤਾਂ ਇੱਥੋਂ ਹੀ ਉਹਨੂੰ ਰੱਦ ਕਰਦੇ ਹੈਗੇ ਆ ਕਿ ਤੱਤਾਂ ਤੋਂ ਇਨਸਾਨ ਬਣਿਆ ਹੈਗਾ। ਫਿਰ ਮਨ ਦੀ ਗੱਲ ਕਰਦੇ, ਜਿੱਦਾਂ ਤਥਾਗਤ ਗੌਤਮ ਬੁੱਧ ਜੀ ਮਨ ਦੀ ਗੱਲ ਕਰਦੇ ਆ। ਜੋ ਕੀਆ ਸੋ ਮਨ ਕੀਆ, ਮਨ ਜੀਤੇ ਜਗ ਜੀਤ। ਮਨ ਕੀ ਬਿਰਥਾ ਮਨ ਹੀ ਜਾਣੇ, ਕਿਆ ਬੂਝਲ ਅੱਗੇ ਕਹੀਏ। ਮਨ ਰਾਜਾ ਸੁਲਤਾਨ ਹੈ, ਉਹੀ ਆਪਣਾ ਦੀਪਕ ਆਪ ਭਵੋ ਇਨਸਾਨ, ਆਪਣੀ ਕਰਨੀ ਦਾ ਆਪ ਮਾਲਕ ਹੈ। ਮਨ ਮੈਲਾ ਤਾਂ ਸਭ ਕੁਛ ਮੈਲਾ, ਮਨ ਧੋਤੇ ਤਨ ਅੱਛਾ ਨਾ ਹੋਈ। ਮਨ ਮਾਰੇ ਤਾਂ ਸਭ ਕੁਛ ਮਰੇ। ਸਤਿਕਾਰਯੋਗ ਸਾਥੀਓ, ਸਾਰੀ ਜਿਹੜੀ ਕਹਾਣੀ ਹੈਗੀ ਆ ਚੇਤਨਾ ਦੀ ਹੈਗੀ, ਜਿਹਨੂੰ ਆਪਾਂ ਨਾਮ ਕਹਿੰਦੇ ਆ, ਮਨ ਦੀ ਹੈਗੀ ਆ। ਮਨ ਜਿਹੜਾ ਚੇਤਨਾ ਹੈਗੀ ਆ ਉਹ ਹੈਗਾ ਮਨ। ਜਦੋਂ ਇਨਸਾਨ ਮਰ ਜਾਂਦਾ, ਇੱਥੇ ਕੋਈ ਆਤਮਾ ਨਾਂ ਦੀ ਕੋਈ ਚੀਜ਼ ਨਹੀਂ ਹੈਗੀ, ਅਤੇ ਜਿਹੜੇ ਤੱਤ ਆ ਤੱਤਾਂ ਦੇ ਵਿੱਚ ਸਮਾ ਜਾਂਦੇ ਹਨ। ਔਰ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੁਇ ਦਾਏ ਦਾਇਆ, ਖੇਲੇ ਸਗਲ ਜਗਤ। ਹੁਣ ਪਵਨ ਗੁਰੂ ਪਾਣੀ ਪਿਤਾ ਦੀ ਇੱਥੇ ਗੱਲ ਹੋ ਰਹੀ ਹੈ, ਮਾਤਾ ਧਰਤ ਮਹਤ, ਕਿਉਂਕਿ ਉੱਥੇ ਗੁਰੂ ਦੀ ਨਹੀਂ ਗੱਲ ਹੋ ਰਹੀ ਹੈਗੀ ਆ। ਗੁਰੂ ਕੀ ਹੈਗਾ? ਗੁਰੂ ਜਿਹੜੀ ਚੇਤਨਾ ਹੈਗੀ ਆ, ਗਿਆਨ ਹੈਗਾ, ਉਹਦੀ ਗੱਲ ਹੋ ਰਿਹਾ। ਕਿਉਂਕਿ ਗੁਰੂ ਤਾਂ ਇਹ ਬਣੀ ਬੈਠੇ ਸੀਗੇ ਲੋਕ, ਕਿਉਂਕਿ ਗੁਰੂ ਇਹ ਕਹਿੰਦੇ ਸੀ ਵੀ ਸਾਡਾ ਹੁਕਮ ਚੱਲਦਾ ਹੈਗਾ, ਜਿੱਦਾਂ ਸਮਿਰਤੀਆਂ ਵੇਦਾਂ ਦਾ, ਅਤੇ ਉਸ ਚੀਜ਼ ਨੂੰ ਉਹ ਰੱਦ ਕਰਦੇ ਹੈਗੇ ਆ। ਅਤੇ ਪਾਣੀ ਹਵਾ ਮਿੱਟੀ ਦੀ ਉੱਥੇ ਗੱਲ ਹੋ ਰਹੀ ਹੈ, ਸ਼ੁੱਧ ਰੱਖਣ ਦੀ ਗੱਲ ਹੋ ਰਹੀ ਆ। ਇਹ ਉਸੇ ਤਰ੍ਹਾਂ ਕਿ ਜਿਸ ਤਰ੍ਹਾਂ ਗੁਰੂ ਰਵਿਦਾਸ ਕਹਿੰਦੇ ਕਿ ਰਵਿਦਾਸ ਹਮਾਰੋ ਰਾਮ ਜੀ ਦਸ਼ਰਥ ਕਾ ਸਤ ਨਾਹੀ, ਰਾਮ ਹਮਾਰੋ ਰਮ ਰਿਓ ਵਿਸ਼ਵ ਕੁਟੁੰਬ ਮੇ ਮਾਹੀ। ਦੇਖੋ ਸਮਾਂ ਬਦਲਦਾ, ਕਹਾਣੀਆਂ ਬਦਲਦੀਆਂ, ਕਿੱਥੇ ਤੱਕ ਪਹੁੰਚ ਗਏ। ਪਰ ਫਿਰ ਵੀ ਸਾਡੇ ਪੁਰਖੇ ਬੁੱਧ ਦੀ ਜੋ ਲਹਿਰ ਹੈਗੀ ਆ, ਉਸ ਪਖੰਡਵਾਦ ਨੂੰ, ਬ੍ਰਾਹਮਣਵਾਦ ਨੂੰ ਰੱਦ ਕਰਦੇ ਹੈਗੇ ਆ। ਹੁਣ ਵਿਸ਼ਵ ਕੁਟੁੰਬ ਦੇ ਵਿੱਚ ਹੈ ਕੀ ਆ ਜੀ?
ਵਿਸ਼ਵ ਦੇ ਵਿੱਚ ਜਿੰਨੇ ਦੁਨੀਆ ਜੀਂਦੀ ਆ, ਕਿੰਨੇ ਦੇਸ਼ ਆ, ਕਿੰਨੇ ਜੀਵ ਜੰਤੂ ਆ, ਉਹਦੇ ਵਿੱਚ ਸਾਹ ਕੁਦਰਤ ਵਿਸ਼ਵ ਕੁਟੁੰਬ ਆਰਾਮ ਹਮਾਰੇ ਰਾਮ ਰਿਓ। ਜਿੱਦਾਂ ਆਰਾਮ ਰਸਾਇਣ ਦੀ ਗੱਲ ਹੋ ਰਹੀ ਆ, ਹੁਣ ਰਸਾਇਣ ਕੀ ਹੁੰਦਾ ਹੈਗਾ, ਸੋਚਣ ਵਾਲੀ ਗੱਲ ਆ। ਆਰਾਮ ਰਮਈਆ ਕੀ ਹੋ ਰਿਹਾ, ਇਹ ਉਸੇ ਤਰ੍ਹਾਂ ਜਿੱਦਾਂ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਹੁਣ ਗੋਬਿੰਦ ਕੀ ਹੈਗਾ? ਗੋਬਿੰਦ ਜਿਹੜਾ ਜਿੱਦਾਂ ਹੁਣ ਜੀਤ ਜਗ ਬਾਣੀ 'ਤੇ ਹਮੇਸ਼ਾ ਇਹ ਲਿਖਿਆ ਹੁੰਦਾ ਹੈਗਾ ਕਿ ਭਗਵਾਨ ਇਸ ਸੰਸਾਰ ਦੇ ਕਣ ਕਣ ਵਿੱਚ ਵਸਿਆ ਹੋਇਆ ਹੈਗਾ, ਪਰ ਇਹ ਗੱਲ ਝੂਠੀ ਆ, ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਗੱਲ ਹੈਗੀ ਆ। ਹੁਣ ਉਹਨਾਂ ਉੱਥੇ ਲਿਖਣਾ ਚਾਹੀਦਾ ਵਿਗਿਆਨ। ਗੋਬਿੰਦ, ਗੋਬਿੰਦ ਵਿਗਿਆਨ ਹੈਗਾ। ਗੋ ਮੈਨੇ ਹੁੰਦਾ ਹਨੇਰਾ ਅਤੇ ਬਿੰਦ ਮੈਨੇ ਹੁੰਦਾ ਚਾਨਣ। ਗੁਰਬਾਣੀ ਇਸ ਜੱਗ ਮੇ ਚਾਨਣ। ਅਤੇ ਵਿਸ਼ਵ ਕੁਟੁੰਬ, ਵਿਸ਼ਵ ਦੇ ਵਿੱਚ ਜਿਹੜੇ ਇਨਸਾਨ ਦੇ ਸਾਰੇ ਇੱਕੋ ਤਰ੍ਹਾਂ ਇਨਸਾਨ ਜਿਹੜੇ ਆ ਪੈਦਾ ਹੁੰਦੇ ਆ। ਅਤੇ ਜਿਹੜਾ ਘਾਟਾ ਘੱਟ ਦੀ ਗੱਲ ਹੈਗੀ ਆ, ਕਿਸੇ ਕੋਲ ਜਿੰਨੀ ਕੋਈ ਰੁਚੀ ਰੱਖਦਾ ਗਿਆਨ, ਕਿਸੇ ਕੋਲ ਘੱਟ ਆ, ਕਿਸੇ ਕੋਲ ਵੱਧ ਆ। ਹੁਣ ਰਵਿਦਾਸ ਹਉ ਖਲਕ ਦੇਖਿਆ ਸਗਲ ਰਿਹਾ ਭਰਪੂਰ, ਸਭ ਦਿਸ ਦੇਖੂੰ ਵਿਆਪਿਆ ਖਲਕਤ ਦਾ ਹੀ ਨੂਰ। ਉੱਥੇ ਫੇਰ ਖਲਕਤ ਦੀ ਗੱਲ ਹੋ ਰਹੀ ਆ। ਗੁਰੂ ਮਹਾਰਾਜ ਕਹਿ ਰਹੇ ਆ ਕਿ ਮੈਂ ਤਾਂ ਖਲਕ ਦੇਖਿਆ ਸਗਲ ਦੇ ਵਿੱਚ ਉਹ ਭਰਪੂਰ ਰਿਹਾ ਹੈਗਾ। ਸਗਲ ਦਾ ਮਤਲਬ ਸਾਰੇ ਸੰਸਾਰ 'ਚ। ਕਹਿੰਦੇ ਸਭ ਦਿਸ ਦੇਖੂ ਵਿਆਪਿਆ ਖਲਕਤ ਦਾ ਹੀ ਨੂਰ। ਕਹਿੰਦੇ ਸਾਰੇ ਪਾਸੇ ਉਹ ਖਲਕਤ ਦਾ ਹੀ ਨੂਰ ਹੈਗਾ, ਕੁਦਰਤ ਦਾ। ਕਹਿ ਰਵਿਦਾਸ ਮੈਂ ਤਾਂ ਹੀ ਕੋ ਪੂਜੂੰ ਜਾਂ ਤਾਣ ਗਾਲ ਨਾ ਕੋਈ। ਹੁਣ ਉੱਥੇ ਢੋਲਕੀਆਂ ਛੈਣੇ ਜਾਂ ਜੱਗ ਬਲੀਆਂ ਨਾਲ ਖੁਸ਼ ਕੀਤਾ ਜੇ। ਕਹਿੰਦੇ ਮੈਂ ਤਾਂ ਉਹਨੂੰ ਪੂਜਦਾ ਨਹੀਂ ਹੈਗਾ, ਮੈਂ ਤਾਂ ਉਹਨੂੰ ਪੂਜਦਾ ਹੈਗਾ ਜਿਹਦਾ ਕੋਈ ਗਾਣ ਨਹੀਂ, ਕੋਈ ਤਾਣ ਨਹੀਂ। ਜੁੱਗਾ ਜੁੱਗਾ ਕੇ ਰਾਜੇ ਕੀਏ ਬੈਠੇ ਬਣ ਅਵਤਾਰੀ। ਕਹਿੰਦੇ ਸੀਤੋ ਪਾਂਡੇ ਨਪੁੰਨ ਕਸਾਈ। ਕਹਿੰਦੇ ਵੀ ਜਿਹੜੇ ਇਹ ਭਰਮ ਫੈਲਾ ਰਹੇ ਆ ਨਾ, ਜੁੱਗਾ ਜੁੱਗਾ ਤੋਂ ਅਵਤਾਰੀ ਬਣ ਗਏ ਆ, ਉਹ ਕਹਿੰਦੇ ਇਹ ਨਪੁੰਨ ਕਸਾਈ ਆ। ਸਤਿਕਾਰਯੋਗ ਸਾਥੀਓ, ਤਾਂ ਸੋਚਣ ਵਾਲੀ ਗੱਲ ਹੈਗੀ ਹੈ ਕਿ ਇਸ ਨਾਮਦਾਨ ਜਿਹੜਾ ਭਾਰਤ ਵਿੱਚ ਸਭ ਤੋਂ ਵੱਧ ਜਪਾਇਆ ਗਿਆ ਅਤੇ ਸਵਰਗ ਦੇ ਲਾਰੇ ਲਾ ਕੇ ਸਭ ਤੋਂ ਵੱਧ ਉੱਥੇ ਨਰਕ ਪਿਆ ਹੋਇਆ। ਉੱਥੇ ਪਾਣੀ, ਹਵਾ, ਮਿੱਟੀ, ਅੱਗ ਦੀ ਇਨਸਾਨ ਕਿਸ ਤਰ੍ਹਾਂ ਪੈਦਾ ਹੁੰਦਾ ਔਰ ਕਿਸ ਤਰ੍ਹਾਂ ਖਤਮ ਹੁੰਦਾ, ਉਹ ਦੱਸਿਆ ਗਿਆ। ਪਰ ਉੱਥੇ ਨਾਮਦਾਨ ਦੇ ਨਾਂ 'ਤੇ ਲੋਕਾਂ ਨੂੰ, ਕਿੰਨੇ ਲੋਕ ਗੁੰਮਰਾਹ ਹੋ ਰਹੇ ਆ, ਕਿੱਦਾਂ ਬੜੇ ਬੜੇ ਅਡੰਬਰ ਇਹਨਾਂ ਲੋਕਾਂ ਨੇ ਖੜ੍ਹੇ ਕਰ ਲਏ। ਉੱਥੇ ਪਾਣੀ ਦੀ ਗੱਲ ਹੋ ਰਹੀ, ਇੱਥੇ ਤਾਂ ਛੱਪੜਾਂ ਦਾ ਪਾਣੀ ਜਿਹੜੇ ਪਿੰਡਾਂ ਦੇ ਵਿੱਚ ਜਾ ਕੇ ਦੇਖੋ ਤਾਂ ਉੱਥੇ ਬੋਤਲਾਂ ਤਰਦੀਆਂ ਹੈਗੀਆਂ ਜੀ, ਜੁੱਤੀਆਂ ਤਰਦੀਆਂ ਹੈਗੀਆਂ। ਇੰਨਾ ਗੰਦਾ ਸਿਸਟਮ ਹੈਗਾ। ਹਵਾ ਕੌੜੀ ਹੋ ਗਈ। ਜਿਹਨੂੰ ਕਹਿੰਦੇ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਨ ਪਰ ਰਾਤ ਅਰਦਾਸਾ ਕਰਨ ਵਾਲਿਆਂ ਨੇ ਇਹ ਨਹੀਂ ਦੱਸਿਆ ਵੀ ਹਵਾ ਕੌੜੀ ਹੋ ਗਈ, ਇਹਦੇ ਲਈ ਕੁਛ ਕਰ ਲਓ। ਮਤਲਬ ਕਿ ਦੁਨੀਆ ਦੇ ਦੇਸ਼ਾਂ ਦੀ ਚੇਤਨਾ ਕਿੱਥੇ ਤੱਕ ਵੱਧ ਗਈ ਹੈਗੀ, ਜਿਹਨੂੰ ਆਪਾਂ ਨਾਮ ਕਹਿੰਦੇ ਹੈਗੇ ਆ, ਪਰ ਇਹ ਅਜੇ ਨਾਮ ਹੀ ਜਪਾਈ ਜਾਂਦੇ ਹੈਗੇ ਆ। ਇਸ ਨਾਮਦਾਨ ਦੇ ਨਾਂ 'ਤੇ ਇੱਕ ਬਹੁਤ ਵੱਡਾ ਭਾਰਤ ਅੰਦਰ ਘੱਲੂਘਾਰਾ ਵਰਤਾਇਆ ਇਹਨਾਂ ਲੋਕਾਂ ਨੇ, ਔਰ ਬਹੁਤ ਧੋਖੇ 'ਚ ਰੱਖਿਆ ਹੈਗਾ। ਜਿਹੜੀ ਗੁਰਬਾਣੀ ਸੀਗੀ, ਉਹ ਇੱਕ ਜ਼ਿੰਦਗੀ ਜੀਣ ਦਾ ਸਲੀਕਾ ਸੀ। ਹੁਣ ਬੁੱਧ ਕਹਿੰਦੇ ਹੈਗੇ ਆ ਕਿ ਜਿਹੜੀ ਸਮੇਂ ਦੇ ਆਧਾਰ 'ਤੇ ਗੱਲ ਨਹੀਂ ਫਿੱਟ ਬਹਿੰਦੀ ਹੈਗੀ, ਤੁਹਾਡੇ ਮਨ ਨੂੰ ਨਹੀਂ ਲੱਗਦੀ, ਉਹ ਗੱਲ ਮੇਰੀ ਨਹੀਂ ਹੈਗੀ। ਇਸੇ ਤਰ੍ਹਾਂ ਜਿਸ ਤਰ੍ਹਾਂ ਬੁੱਧ ਦੇ ਸਮੇਂ ਆਤਮਾ ਪਰਮਾਤਮਾ ਵਾਲੇ ਸੀਗੇ, ਨਾਮ ਜਪਾਉਣ ਵਾਲੇ ਸੀਗੇ, ਆਤਮਾ 'ਚ ਵਿਸ਼ਵਾਸ ਰੱਖਣ ਵਾਲੇ ਸੀਗੇ, ਉਸੇ ਤਰ੍ਹਾਂ 1950 ਤੋਂ ਬਾਅਦ ਬਾਬਾ ਸਾਹਿਬ ਸ਼ਾਹ ਫੂਲੇ ਅੰਬੇਡਕਰ ਜਿਹੜੀ ਕ੍ਰਾਂਤੀ ਦੇ ਆਧਾਰ 'ਤੇ ਕਰੋੜਾਂ ਲੋਕਾਂ ਦਾ ਭਲਾ ਹੋਇਆ ਹੈਗਾ, ਉਹ ਉਸ ਕ੍ਰਾਂਤੀ ਦਾ ਇਹਨਾਂ ਲੋਕਾਂ ਨੇ ਭੋਗ ਪਾ ਕੇ ਰੱਖ ਦਿੱਤਾ ਹੈਗਾ। ਹਿੰਦੂਵਾਦ ਵੱਲ ਨੂੰ ਖਿੱਚ ਖਿੱਚ ਕੇ ਮਾਨਸਿਕ ਤੌਰ 'ਤੇ ਗੁਲਾਮ ਕਰਨਾ ਲੋਕਾਂ ਨੂੰ, ਬਹੁਤ ਵੱਡਾ ਇਹ ਇੱਕ ਘੱਲੂਘਾਰਾ ਸਤਿਕਾਰਯੋਗ ਸਾਥੀਓ ਨਾਮਦਾਨ ਦੇ ਉੱਪਰ ਵਰਤਿਆ ਹੈਗਾ। ਗੁਰਬਾਣੀ ਦਾ ਮੈਂ ਯਤਨ ਕੀਤਾ, ਕੋਸ਼ਿਸ਼ ਕੀਤੀ, ਗੁਰਬਾਣੀ ਦਾ ਔਰ ਬੁੱਧਾਂ ਦਾ ਰੱਬ ਜਿਹੜਾ ਹੈ ਨਾਮਦਾਨ ਇਹ ਆ। ਅਤੇ ਇੱਥੇ ਵਿਚਾਰ ਸਾਥੀਓ ਜ਼ਰੂਰ ਕਰਿਓ। ਜੈ ਭੀਮ, ਜੈ ਭਾਰਤ।